आप ही मुख मंत्री आप दी ट्रांसपोर्ट कंपनी आप ही रूल बनाने सारा कुछ हत्थ च आपदे च ते गलत ढंग नाल वरतिया गया। मुख मंत्री की ताकत नूं मुख मंत्री की कलम नूं गलत थां ते वरतिया गया, आपदे परिवार लई आपदे चेतियां लई वरतिया गया। 1997 तो लैके 2022 तक 25 साल गलत ढंग नाल ये बसां जिहड़ियां चंडीगढ़ दे विच एंटर हुंदियां रहियां। ट्रांसपोर्ट महकमे की पॉलिसी सी उन्होंने 1997 ਦੇ ਵਿੱਚ मुख मंत्री पंजाब बनते प्रकाश सिंह बादल जी वालों चेंज की गई तो 73 परमिट अपनी ट्रांसपोर्ट कंपनी नूं ते आपदे साथियों की ट्रांसपोर्ट कंपनियों नूं दिते गए। अरबां रुपया चूना लाया 1997 तो लैके 2022 तक 25 साल नजायज़ ढंग के परमिटां ते बसां चला गए तो इन्हां दे पंजाब नूं लम्मा समा लुटिया ते कुटिया। ऑर्बिट 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 ते मलाई दा रूट अमृतसर चंडीगढ़, बठिंडा चंडीगढ़, पटियाला चंडीगढ़, पठानकोट चंडीगढ़, गुरदासपुर चंडीगढ़, जिन्ने मलाई दा रूट आप ते आपदे चेतियां नूं न्यू दीप वेख सकते तुसीं, जुझार, लिबड़ा जिहड़े कि इन्हां दे संगी साथी 50 के करीब जिहड़े परमिट आ वो इन्हां दे संगी साथियां दे सारे ते बाकी जिहड़े 23 जिहड़े होर नावां ते आ वो होणगे जरूर होर नावां ते, पर किते ना किते चला ये बंदे रहे। बसां इन्हां दियां ही चल रहीआं। ट्रांसपोर्टर ते कहिंदे आ भी साडीआं बसां जिहड़ियां खत्म होण दे किनारे आ गईआं, असीं 50 बसां पाईआं ते साडीआं 5 रह गईआं, असीं 10 पाईआं साडी 1 रह गई ते इन्हां ने 1-2 बसां पाईआं ते अज इन्हां दियां सैकड़े बसां। इन्हां कोल बसां कित्थों आ गईआं? पिछली सरकार के ट्रांसपोर्ट मंत्री ने भी इन्हां बसां नूं सिर्फ लोकां नूं विखाउण लई गलत ढंग नाल बंद कीतियां। जे लीगल नोटिस जारी किया हुंदा इन्हां पार्टियां नूं, लीगल नोटिस जारी करके फिर बंद कीतियां हुंदियां ते ये बसां चलनियां नहीं सन। देखो कोई पोलीटिकल वैंडाटा नहीं गा, ये कानून अनुसार कार्रवाई हुई आ ते लगातार असी सेंटर सरकार दे भी संपर्क च हां ते कानून अनुसार जिहड़ा इन्हां दियां जिहड़ियां बसां बंद कीतियां गईयां। भी प्रैस कानफ्रेंस की है कि लालजीत भुल्लर नूं कानूनी नोट लीगल नोटिस भेजना, ये जिहड़ा नोटिस आ ये सिर पैर अड़ाउण दीआं गल्लां। ट्रांसपोर्ट महकमे ਦੇ ਵੱਲੋਂ ਕੱਲ ਇੱਕ ਵੱਡਾ ਫੈਸਲਾ ਲਿਆ ਗਿਆ ਤੇ ਚੰਡੀਗੜ੍ਹ ਦੇ ਵਿੱਚ ਸਰਕਾਰੀ ਬੱਸਾਂ ਹੀ ਹੁਣ ਐਂਟਰ ਹੋ ਸਕਣਗੀਆਂ, ਪ੍ਰਾਈਵੇਟ ਬੱਸਾਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਹੈ। ਸਾਡੇ ਨਾਲ ਨੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ। ਭੁੱਲਰ ਸਾਹਿਬ, ਪਹਿਲਾਂ ਤਾਂ ਇਹ ਫੈਸਲਾ ਜਿਹੜਾ ਇਕੱਲਾ ਚੰਡੀਗੜ੍ਹ ਦੇ ਵਿੱਚ ਲਾਗੂ ਕੀਤਾ ਜਾਂ ਫਿਰ ਹੋਰ ਵੀ ਸਟੇਟਾਂ 'ਚ ਜਿਹੜੀਆਂ ਚੱਲ ਰਹੀਆਂ ਬੱਸਾਂ ਉਹ ਚੱਲਣਗੀਆਂ ਉਵੇਂ? ਵੇਖੋ ਇਹ ਜਿਹੜੇ 73 परमिट ਜਿਹੜੇ ਆ ਚੰਡੀਗੜ੍ਹ ਪ੍ਰਸ਼ਾਸਨ ਨੂੰ ਲਿਖ ਕੇ ਭੇਜਿਆ ਗਿਆ ਕਿ ਨਜਾਇਜ਼ ਢੰਗ ਨਾਲ ਚੱਲ ਰਹੇ ਆ। ਇਹ 1990 ਦੀ ਜਿਹੜੀ ਟਰਾਂਸਪੋਰਟ ਮਹਿਕਮੇ ਦੀ ਪਾਲਿਸੀ ਸੀ ਉਹਨੂੰ 1997 ਦੇ ਵਿੱਚ ਮੁੱਖ ਮੰਤਰੀ ਪੰਜਾਬ ਬਣਦੇ ਪ੍ਰਕਾਸ਼ ਸਿੰਘ ਬਾਦਲ ਜੀ ਵੱਲੋਂ ਚੇਂਜ ਕੀਤੀ ਗਈ ਤੇ 73 परमिट ਆਪਣੀ ਟਰਾਂਸਪੋਰਟ ਕੰਪਨੀ ਨੂੰ ਤੇ ਆਪਦੇ ਸਾਥੀਆਂ ਦੀ ਟਰਾਂਸਪੋਰਟ ਕੰਪਨੀਆਂ ਨੂੰ ਦਿੱਤੇ ਗਏ ਤੇ ਨਜਾਇਜ਼ ਢੰਗ ਤਰੀਕੇ ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਚੰਡੀਗੜ੍ਹ ਲਈ ਇਹ ਬੱਸਾਂ ਚੱਲਦੀਆਂ ਰਹੀਆਂ। ਇਹ ਹੁੰਦਾ ਕੀ ਆ, ਜਦੋਂ ਆਪਾਂ ਦੂਜੀ ਸਟੇਟ ਵਾਸਤੇ ਇੱਕ ਸਟੇਟ ਤੋਂ ਦੂਜੀ ਸਟੇਟ ਲਈ ਏਸੀ ਬੱਸਾਂ ਦਾ ਪਰਮਿਟ ਲੈਣਾ ਤੇ ਉਹ ਕੇਂਦਰ ਸਰਕਾਰ ਦੀ ਮਨਜ਼ੂਰੀ ਲੈਣੀ ਪੈਂਦੀ। ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਬਿਨਾ ਕੋਈ ਵੀ ਸਟੇਟ ਗੌਰਮੈਂਟ ਨਹੀਂ ਦੇ ਸਕਦੀ। ਇੱਥੇ ਹੋਇਆ ਇਹ ਕਿ ਆਪ ਹੀ ਮੁੱਖ ਮੰਤਰੀ ਆਪ ਦੀ ਟਰਾਂਸਪੋਰਟ ਕੰਪਨੀ ਆਪ ਹੀ ਰੂਲ ਬਣਾਉਣੇ ਸਾਰਾ ਕੁਝ ਹੱਥ 'ਚ ਆਪਦੇ 'ਚ ਤੇ ਗਲਤ ਢੰਗ ਨਾਲ ਵਰਤਿਆ ਗਿਆ। ਮੁੱਖ ਮੰਤਰੀ ਦੀ ਤਾਕਤ ਨੂੰ ਮੁੱਖ ਮੰਤਰੀ ਦੀ ਕਲਮ ਨੂੰ ਗਲਤ ਥਾਂ ਤੇ ਵਰਤਿਆ ਗਿਆ, ਆਪਦੇ ਪਰਿਵਾਰ ਲਈ ਆਪਦੇ ਚੇਤਿਆਂ ਲਈ ਵਰਤਿਆ ਗਿਆ ਤੇ ਜਿਹੜਾ ਕਿ 1997 ਤੋਂ ਲੈ ਕੇ 2022 ਤੱਕ 25 ਸਾਲ ਗਲਤ ਢੰਗ ਨਾਲ ਇਹ ਬੱਸਾਂ ਜਿਹੜੀਆਂ ਚੰਡੀਗੜ੍ਹ ਦੇ ਵਿੱਚ ਐਂਟਰ ਹੁੰਦੀਆਂ ਰਹੀਆਂ। ਤੇ ਆਪਾਂ ਗੱਲ ਕਰੀਏ ਕਾਂਗਰਸ ਗੌਰਮੈਂਟ ਦੀ, ਕਾਂਗਰਸ ਗੌਰਮੈਂਟ ਵੀ ਜੇ ਵੇਖੋ ਸਿਰਦ ਹੁੰਦੇ ਉਸ ਕਾਂਗਰਸ ਗੌਰਮੈਂਟ ਦੇ ਟਰਾਂਸਪੋਰਟ ਮੰਤਰੀ ਜਾਂ ਮੁੱਖ ਮੰਤਰੀ ਸਰਕਾਰ ਸਿਰਦ ਹੁੰਦੀ ਤੇ ਇਹ ਬੱਸਾਂ ਬੰਦ ਹੋ ਸਕਦੀਆਂ ਸਨ। ਇਹਨਾਂ ਦੀ ਮਿਲੀ ਭੁਗਤ ਸੀ, ਇੱਕ ਦੂਜੇ ਦੇ ਕਾਰੋਬਾਰਾਂ ਨੂੰ ਇਹ ਬੰਦ ਨਹੀਂ ਸਨ ਕਰਾਉਣਾ ਚਾਹੁੰਦੇ ਕਿਉਂਕਿ ਇਹਨਾਂ ਨੇ ਇੱਕੋ ਧਿਆ ਕੀਤਾ ਕਿ 5 ਸਾਲ ਤੁਹਾਡੀ ਵਾਰੀ ਤੁਸੀਂ ਲੁੱਟ ਲਓ, 5 ਸਾਲ ਸਾਡੀ ਵਾਰੀ ਅਸੀਂ ਆਪਦੀ ਵਾਰੀ ਪੂਰੀ ਕਰ ਲਈਏ। ਤੇ ਪਿਛਲੀ ਸਰਕਾਰ 'ਚ ਵੀ ਪਿਛਲੀ ਸਰਕਾਰ ਦੀ ਪਹਿਲਾਂ ਮੈਂ ਗੱਲ ਕਰਾਂ 2017 ਤੋਂ 2022 ਤੱਕ ਦੀ, ਪਿਛਲੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਨੇ ਵੀ ਇਹਨਾਂ ਬੱਸਾਂ ਨੂੰ ਸਿਰਫ ਲੋਕਾਂ ਨੂੰ ਵਿਖਾਉਣ ਲਈ ਗਲਤ ਢੰਗ ਨਾਲ ਬੰਦ ਕੀਤੀਆਂ। ਜੇ ਲੀਗਲ ਨੋਟਿਸ ਜਾਰੀ ਕੀਤਾ ਹੁੰਦਾ ਇਹਨਾਂ ਪਾਰਟੀਆਂ ਨੂੰ, ਲੀਗਲ ਨੋਟਿਸ ਜਾਰੀ ਕਰਕੇ ਫਿਰ ਬੰਦ ਕੀਤੀਆਂ ਹੁੰਦੀਆਂ ਤੇ ਇਹ ਬੱਸਾਂ ਚੱਲਣੀਆਂ ਨਹੀਂ ਸਨ। ਜਦੋਂ ਗਲਤ ਢੰਗ ਨਾਲ ਥਾਣੇ ਡੱਕਤੀਆਂ, ਉਹਨਾਂ ਨੂੰ ਜੁਰਮਾਨੇ ਪਾਏ ਗਏ ਬੱਸਾਂ ਨੂੰ ਤੇ ਇਹ ਪਾਰਟੀਆਂ, ਮੈਂ ਬਾਦਲ ਪਰਿਵਾਰ ਨੂੰ ਪਾਰਟੀ ਕਹੂੰਗਾ, ਇਹ ਕੋਈ ਪੰਜਾਬ ਦੀ ਸੇਵਾ ਲਈ ਨਹੀਂ ਆਪਦੇ ਪਰਿਵਾਰ ਦੀ ਸੇਵਾ ਲਈ ਬਣੇ ਸਨ ਤੇ ਇਹ ਪਾਰਟੀਆਂ ਜਦੋਂ
ਮਾਨਯੋਗ ਹਾਈ ਕੋਰਟ, ਮਾਨਯੋਗ ਸੁਪਰੀਮ ਕੋਰਟ ਗਈਆਂ ਤੇ ਇਹਨਾਂ ਨੂੰ ਉੱਥੋਂ ਰਾਹਤ ਮਿਲ ਗਈ, ਕਿਉਂਕਿ ਗਲਤ ਢੰਗ ਨਾਲ ਬੱਸਾਂ ਬੰਦ ਕੀਤੀਆਂ ਗਈਆਂ ਸਨ। ਜੇ ਉਹਨਾਂ ਦੀ ਨੀਅਤ ਹੁੰਦੀ ਕਾਂਗਰਸ ਗੌਰਮੈਂਟ ਦੀ ਕਿ ਇਹ ਬੱਸਾਂ ਬੰਦ ਕਰਨੀਆਂ, ਨੀਅਤ ਹੁੰਦੀ ਤੇ ਬੱਸਾਂ ਉਦੋਂ ਹੀ ਬੰਦ ਹੋ ਸਕਦੀਆਂ ਸਨ, ਪਰ ਢੰਗ ਤਰੀਕੇ ਨਾਲ ਕੰਮ ਕੀਤਾ ਹੁੰਦਾ। ਹੁਣ ਜਦੋਂ ਦੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ 'ਚ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਗੌਰਮੈਂਟ ਬਣੀ ਆ, ਉਦੋਂ ਤੋਂ ਹੀ ਅਸੀਂ ਕੇਂਦਰ ਸਰਕਾਰ ਨਾਲ ਲਗਾਤਾਰ ਰਾਬਤਾ ਸਾਧ ਰਹੇ ਹਾਂ। ਉਦੋਂ ਤੋਂ ਹੀ ਅਸੀਂ ਇਸ ਕੰਮ ਦੇ ਪਿੱਛੇ ਪਏ ਹਾਂ ਤੇ ਕਾਨੂੰਨੀ ਤਰੀਕੇ ਨਾਲ, ਕਾਨੂੰਨੀ ਪ੍ਰਕਿਰਿਆ ਦੇ ਵਿੱਚ ਸਾਡੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਅਸੀਂ ਖੁਦ ਇਹ ਕੇਂਦਰ ਨੂੰ ਬੇਨਤੀਆਂ ਕੀਤੀਆਂ ਕਿ ਗਲਤ ਢੰਗ ਨਾਲ, ਤੇ ਕੇਂਦਰ ਸਰਕਾਰ ਵੱਲੋਂ ਜਿਹੜਾ ਆਸਾਂ ਨੂੰ ਬੂਰ ਪਾਇਆ, ਕੇਂਦਰ ਸਰਕਾਰ ਵੱਲੋਂ ਸਾਨੂੰ ਚਿੱਠੀ ਜਾਰੀ ਕੀਤੀ ਗਈ ਕਿ ਵਾਕਈ ਇਹ ਗਲਤ ਢੰਗ ਨਾਲ ਜਿਹੜੇ ਪਰਮਿਟ ਜਾਰੀ ਕੀਤੇ ਗਏ ਆ, ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹੁਣ ਪੰਜਾਬ ਗੌਰਮੈਂਟ ਦੇ ਜਿਹੜੇ ਅਧਿਕਾਰੀਆਂ ਵੱਲੋਂ ਲਿਖ ਕੇ, ਪੰਜਾਬ ਗੌਰਮੈਂਟ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਲਿਖ ਕੇ ਭੇਜ ਦਿੱਤਾ ਗਿਆ ਕਿ ਇਹ ਬੱਸਾਂ ਜਿਹੜੀਆਂ ਗੈਰ ਕਾਨੂੰਨੀ ਪਰਮਿਟਾਂ ਨਾਲ, ਗੈਰ ਕਾਨੂੰਨੀ ਢੰਗ ਨਾਲ ਚੰਡੀਗੜ੍ਹ 'ਚ ਐਂਟਰ ਹੁੰਦੀਆਂ, ਇਹ ਬੰਦ ਕੀਤੀਆਂ ਜਾਣ। ਭੁੱਲਰ ਸਾਹਿਬ, ਇਹ ਸਾਰੀਆਂ 73 ਬੱਸਾਂ ਜਿਹੜੀਆਂ ਬੰਦ ਕੀਤੀਆਂ, ਏਸੀ ਬੱਸਾਂ ਹੀ ਸੀ ਸਾਰੀਆਂ? ਬਿਲਕੁਲ ਏਸੀ ਬੱਸਾਂ ਸੀ, ਤੇ ਉਹ ਵੀ ਮੈਂ ਤੁਹਾਨੂੰ ਦੱਸਦਾ, ਏਸੀ ਬੱਸਾਂ ਤੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਕੈਮਰਾ ਲਾਗੇ ਕਰਕੇ ਮਾਰਨ, ਔਰਬਿਟ ਬੱਸਾਂ ਵੇਖੋ, ਔਰਬਿਟ ਤੇ ਚੰਗੇ ਮਲਾਈ ਦਾ ਰੂਟ, ਅਬੋਹਰ ਚੰਡੀਗੜ੍ਹ, ਬਠਿੰਡਾ ਚੰਡੀਗੜ੍ਹ, ਫਾਜ਼ਿਲਕਾ ਚੰਡੀਗੜ੍ਹ, ਸੰਗਰੂਰ ਚੰਡੀਗੜ੍ਹ, ਤੁਸੀਂ ਸਾਰੇ ਵੇਖ ਸਕਦੇ ਤੇ ਇੱਧਰ ਵੇਖੋ ਲਾਈਨ ਵਾਈਜ਼ ਹੀ ਆ ਸਾਰਿਆਂ ਤੇ ਮੈਂ ਬੇਨਤੀ ਕਰੂੰਗਾ ਕਿ ਮਾਰਨ ਔਰਬਿਟ ਤੇ ਮਲਾਈ ਦਾ ਰੂਟ ਅੰਮ੍ਰਿਤਸਰ ਚੰਡੀਗੜ੍ਹ, ਬਠਿੰਡਾ ਚੰਡੀਗੜ੍ਹ, ਪਟਿਆਲਾ ਚੰਡੀਗੜ੍ਹ, ਪਠਾਨਕੋਟ ਚੰਡੀਗੜ੍ਹ, ਗੁਰਦਾਸਪੁਰ ਚੰਡੀਗੜ੍ਹ, ਜਿੰਨੇ ਮਲਾਈ ਦਾ ਰੂਟ ਆਪ ਤੇ ਆਪਦੇ ਚੇਤਿਆਂ ਨੂੰ। ਤੇ ਅੱਗੇ ਵੀ ਮੈਂ ਤੁਹਾਨੂੰ ਵਿਖਾਉਣਾ, ਇਹਦੇ 'ਚ ਜੁਝਾਰ, ਨਿਊ ਦੀਪ ਆ ਵੇਖ ਸਕਦੇ ਤੁਸੀਂ, ਜੁਝਾਰ, ਲਿਬੜਾ, ਜਿਹੜੇ ਕਿ ਇਹਨਾਂ ਦੇ ਸੰਗੀ ਸਾਥੀ 50 ਦੇ ਕਰੀਬ ਜਿਹੜੇ ਪਰਮਿਟ ਆ ਉਹ ਇਹਨਾਂ ਦੇ ਸੰਗੀ ਸਾਥੀਆਂ ਦੇ ਸਾਰੇ, ਤੇ ਬਾਕੀ ਜਿਹੜੇ 23 ਜਿਹੜੇ ਹੋਰ ਨਾਵਾਂ ਤੇ ਆ ਉਹ ਹੋਣਗੇ ਜ਼ਰੂਰ ਹੋਰ ਨਾਵਾਂ ਤੇ, ਪਰ ਕਿਤੇ ਨਾ ਕਿਤੇ ਚਲਾ ਇਹ ਬੰਦੇ ਰਹੇ, ਬੱਸਾਂ ਇਹਨਾਂ ਦੀਆਂ ਹੀ ਚੱਲ ਰਹੀਆਂ। ਤੇ ਇਹ ਨਹੀਂ ਕਿ ਜੇ ਕੋਈ ਮੰਤਰੀ ਬਣਿਆ ਜਾਂ ਮੁੱਖ ਮੰਤਰੀ ਬਣਿਆ, ਜਿਹੜਾ ਮਹਿਕਮਾ ਆ ਗਿਆ ਉਹ ਆਪਦੇ ਰਿਸ਼ਤੇਦਾਰਾਂ ਨੂੰ ਪਰਮਿਟ ਦੇ ਦਿਓ, ਆਪਦੀ ਕੰਪਨੀ ਨੂੰ ਪਰਮਿਟ ਦੇ ਦਿਓ। ਤੇ ਜਿਹੜੇ ਵੇਖੋ ਪੰਜਾਬ ਦੇ ਲੋਕ ਨੇ ਉਹ ਇਸ ਕੰਮ ਲਈ ਨਹੀਂ ਬਣਾਉਂਦੇ ਆਪਾਂ ਨੂੰ ਕਿ ਸਾਡਾ ਜਿਹੜਾ ਰਾਜਾ ਆ ਉਹ ਵਪਾਰੀ ਬਣ ਜੇ। ਮੁੱਖ ਮੰਤਰੀ ਦਾ ਕੰਮ ਹੁੰਦਾ ਲੋਕਾਂ ਦੇ ਕੰਮ ਕਰਨੇ, ਜਿਵੇਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕਰ ਰਹੇ ਆ। ਜੇ ਵੇਖੋ ਇਹ ਗਰੰਟੀਆਂ ਦਿੱਤੀਆਂ ਲੋਕਾਂ ਨੂੰ, ਫ੍ਰੀ ਬਿਜਲੀ ਜਿਹੜੀ ਆ, ਲੱਖਾਂ ਘਰਾਂ ਦੇ ਬਿੱਲ ਜਿਹੜੇ ਜ਼ੀਰੋ ਆਏ ਆ, 300 ਯੂਨਿਟ ਜਿਹੜਾ 1 ਮਹੀਨੇ ਦਾ ਮਾਫ ਹੋਣਾ, 600 ਯੂਨਿਟ 2 ਮਹੀਨਿਆਂ ਦਾ ਮਾਫ ਹੋਇਆ, ਲੱਖਾਂ ਘਰਾਂ ਦੇ ਜ਼ੀਰੋ ਬਿੱਲ ਆਏ ਆ। ਕਿੰਨੀਆਂ ਵੈਕੈਂਸੀਆਂ, 25,000 ਦੇ ਕਰੀਬ ਹੁਣ ਤੱਕ ਬੱਚਿਆਂ ਨੂੰ ਵੈਕੈਂਸੀਆਂ ਦਿੱਤੀਆਂ ਗਈਆਂ। ਭੁੱਲਰ ਸਾਹਿਬ, ਇਹ ਫੈਸਲੇ ਦੀ ਲੋੜ ਕੀ ਪੈ ਗਈ ਹੈ, ਡਿਸੀਜਨ ਦੀ? ਕਿਉਂਕਿ ਲਗਾਤਾਰ ਜਿਹੜੀਆਂ ਵਿਰੋਧੀ ਪਾਰਟੀਆਂ ਕਹਿ ਰਹੀਆਂ ਕਿ ਪੋਲੀਟੀਕਲ ਵੈਂਡਾਟਾ ਚਲਾਇਆ ਜਾ ਰਿਹਾ, ਕਿਉਂਕਿ ਅੱਜ ਵੀ ਸੁਖਬੀਰ ਸਿੰਘ ਬਾਦਲ ਹੋਣਾ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ। ਵੇਖੋ ਕੋਈ ਪੋਲੀਟੀਕਲ ਵੈਂਡਾਟਾ ਨਹੀਂਗਾ, ਇਹ ਕਾਨੂੰਨ ਅਨੁਸਾਰ ਕਾਰਵਾਈ ਹੋਈ ਆ ਤੇ ਲਗਾਤਾਰ ਅਸੀਂ ਸੈਂਟਰ ਸਰਕਾਰ ਦੇ ਵੀ ਸੰਪਰਕ 'ਚ ਹਾਂ ਤੇ ਕਾਨੂੰਨ ਅਨੁਸਾਰ ਜਿਹੜਾ ਇਹਨਾਂ ਦੀਆਂ ਜਿਹੜੀਆਂ ਬੱਸਾਂ ਬੰਦ ਕੀਤੀਆਂ ਗਈਆਂ। ਤੇ ਵੇਖੋ ਜੇ ਬੱਸਾਂ ਸਹੀ ਸਨ ਤੇ ਫਿਰ ਇਹਦੇ ਵਿੱਚ ਕਿਸੇ ਹੋਰ ਪਾਰਟੀ ਦੇ ਨੁਮਾਇੰਦੇ ਵੀ ਹੁੰਦੇ, ਕੋਈ ਹੋਰ ਆਮ ਲੋਕ ਵੀ ਹੁੰਦੇ। 73 ਪਰਮਿਟ ਤੇ 73 ਤੇ ਇਹਨਾਂ ਦੇ ਆਪਦੇ ਆ, ਉਹ ਵੀ ਅਕਾਲੀ ਦਲ ਦੇ ਸਾਰੇ ਬੰਦੇ, ਜਿੰਨੇ ਬੰਦੇ ਅਕਾਲੀ ਦਲ ਦੇ ਆ, ਇਹਦੇ ਤੋਂ ਸਾਫ਼ ਜ਼ਾਹਰ ਹੁੰਦਾ। ਦੂਜੇ ਨੰਬਰ ਤੇ ਫਿਰ ਪਿਛਲੀ ਸਰਕਾਰ ਵੀ ਕਿਉਂ ਇਹਨਾਂ ਨੂੰ ਬੰਦ ਕਰਦੀ ਰਹੀ? ਜੇ ਕਾਨੂੰਨਨ ਨੇ ਤਾਂ ਫਿਰ ਪਿਛਲੀ ਸਰਕਾਰ ਵੀ ਬੰਦ ਕਰਦੀ ਰਹੀ, ਪਰ ਪਿਛਲੀ ਸਰਕਾਰ ਦੀ ਨੀਅਤ ਨਹੀਂ ਸੀ ਇਹਨਾਂ ਨੂੰ ਬੰਦ ਕਰਦੀ। ਜੇ ਨੀਅਤ ਹੁੰਦੀ ਪਹਿਲਾਂ ਲੀਗਲ ਨੋਟਿਸ ਭੇਜਦੇ ਤੇ ਉਹਦੇ ਬਾਅਦ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਦੇ। ਉਹਨਾਂ ਨੇ ਪਹਿਲਾਂ ਬੰਦ ਕਰਤਾ, ਜੁਰਮਾਨੇ ਪਾਤੇ, ਥਾਣਿਆਂ 'ਚ ਬੱਸਾਂ ਡੱਕਤੀਆਂ, ਤੇ ਉਹ ਫਿਰ ਜਦੋਂ ਮਾਨਯੋਗ ਹਾਈ ਕੋਰਟ, ਸੁਪਰੀਮ ਕੋਰਟ ਗਏ, ਉਹਨਾਂ ਨੂੰ ਰਾਹਤ ਮਿਲ ਗਈ ਕਿਉਂਕਿ ਲੀਗਲ ਨੋਟਿਸ ਨਹੀਂ ਸੀ ਭੇਜਿਆ ਗਿਆ। ਸੁਖਬੀਰ ਸਿੰਘ ਬਾਦਲ ਕਹਿੰਦੇ ਲੀਗਲੀ ਚਲਾ ਰਹੇ ਆ, ਕਹਿੰਦੇ ਕੋਈ ਇਲੀਗਲ ਕੰਮ ਨਹੀਂ ਹੈ ਇਸ 'ਚ। ਵੇਖੋ ਇਹ ਤੁਹਾਨੂੰ ਪਤਾ ਲੱਗ ਹੀ ਜਾਣਾ ਜਦੋਂ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਬੱਸਾਂ ਬੰਦ ਕੀਤੀਆਂ, ਆਪੇ ਤੁਹਾਨੂੰ ਪਤਾ ਲੱਗ ਜਾਣਾ। ਇਹ ਸਾਰਾ ਕੁਝ ਵੇਖੋ ਗੈਰ ਕਾਨੂੰਨੀ ਢੰਗ ਨਾਲ ਇਹ ਚੱਲਦਾ ਰਿਹਾ, ਜੋ ਕੁਝ ਇਹ ਕਰਦੇ ਰਿਹਾ। ਹੁਣ ਜਿਹੜੀ ਤੁਸੀਂ ਕਿਹਾ ਵੀ ਪ੍ਰੈਸ ਕਾਨਫਰੰਸ ਕੀਤੀ ਆ ਕਿ ਲਾਲਜੀਤ ਭੁੱਲਰ ਨੂੰ ਕਾਨੂੰਨੀ ਲੀਗਲ ਨੋਟਿਸ ਭੇਜਣਾ, ਇਹ ਜਿਹੜਾ ਨੋਟਿਸ ਆ ਇਹ ਸਿਰ ਪੈਰ ਉਡਾਉਣ ਦੀਆਂ ਗੱਲਾਂ। ਇਹਦੇ ਤੋਂ ਪਹਿਲਾਂ ਇਹਨਾਂ ਦਾ ਦਮਾਦ ਦੇਸ਼ ਪ੍ਰਤਾਪ ਕੈਰੋਂ, ਜਿਹਨੂੰ ਹਰਾ ਕੇ ਮੈਂ ਇੱਥੇ ਵਿਧਾਨ ਸਭਾ ਦੇ ਵਿੱਚ ਆਇਆ, ਉਹਨੇ ਵੀ ਮੇਰੇ ਤੇ ਹਾਈ ਕੋਰਟ 'ਚ, ਮਾਨਯੋਗ ਹਾਈ ਕੋਰਟ 'ਚ ਰਿਟ ਪਾਈ ਆ। ਇਹ ਵੇਖੋ ਰਿਟ ਕਿਹੜੇ ਬੇਬ ਤੇ ਪਾਈ ਆ, ਉਹ 'ਚ ਲਿਖਿਆ ਕਿ ਲਾਲਜੀਤ ਭੁੱਲਰ ਝੂਠ ਮਾਰ ਕੇ ਜਿੱਤ ਕੇ ਆਇਆ। ਲਾਲਜੀਤ ਭੁੱਲਰ ਨੇ ਕਿਹਾ ਕਿ ਅਸੀਂ ਆਪਦੇ ਇੱਥੇ ਪੰਜਾਬ ਦੇ ਵਿੱਚ ਮਹੱਲਾ ਕਲੀਨਿਕ ਖੋਲਾਂਗੇ, ਅਸੀਂ ਲੋਕਾਂ ਦਾ ਇਲਾਜ ਫ੍ਰੀ ਕਰਾਵਾਂਗੇ, ਅਸੀਂ ਲੋਕਾਂ ਨੂੰ 300 ਯੂਨਿਟ ਬਿਜਲੀ ਦੇ ਮਾਫ ਕਰਾਂਗੇ, ਅਸੀਂ ਔਰਤਾਂ ਨੂੰ 18 ਸਾਲ ਤੋਂ ਉੱਪਰ ਦੀਆਂ ਔਰਤਾਂ ਨੂੰ 1000 ਰੁਪਇਆ ਹਰ ਮਹੀਨੇ ਦੇਵਾਂਗੇ। ਤੇ ਉਹ ਪ੍ਰਚਾਰ ਤੇ ਅਸੀਂ ਪੂਰੇ ਪੰਜਾਬ 'ਚ ਕੀਤਾ ਤੇ ਉਹ ਰਿਟ ਪਾਈ ਆ। ਉਸੇ ਤਰ੍ਹਾਂ ਦਾ ਲੀਗਲ ਨੋਟਿਸ ਇਹ ਸੁਖਬੀਰ ਸਿੰਘ ਬਾਦਲ ਭੇਜ ਦੇਣਗੇ। ਜਿਹੜਾ ਕੋਈ ਝੂਠਾ ਹੋਵੇ ਨਾ, ਉਹਨੇ ਕਿਤੇ ਨਾ ਕਿਤੇ ਸਿਰ ਪੈਰ ਉਡਾਉਣਾ ਹੁੰਦਾ ਕਿ ਲੋਕਾਂ ਨੂੰ ਲੱਗੇ ਕਿ ਸ਼ਾਇਦ ਮੈਂ ਸੱਚਾ ਆ, ਮੈਂ ਸੱਚਾ। ਪਰ ਲੋਕ ਬੜੇ ਸਿਆਣੇ ਹੋ ਗਏ ਆ, ਲੋਕਾਂ ਨੂੰ ਸਾਰੀ ਸਮਝ ਆ, ਲੋਕਾਂ ਨੂੰ ਇਹ ਪਤਾ
ਕਰਤਾ ਕਿ ਲਾਈਨ ਵਾਈਜ਼ ਸਾਰੇ ਹੀ ਪਰਮਿਟ ਇਹਨਾਂ ਦੇ ਹੋ ਜਾਣੇ ਸੀ। ਲਾਈਨ ਵਾਈਜ਼ ਪਰਮਿਟ ਵੀ ਇਹਨਾਂ ਦੇ ਤੇ ਹੈਗੇ ਵੀ ਸਾਰੇ ਬੰਦੇ ਅਕਾਲੀ ਦਲ ਦੇ। ਭੁੱਲਰ ਸਾਹਿਬ, ਜਿਹੜਾ ਤੁਸੀਂ 73 ਬੱਸਾਂ ਬੰਦ ਕੀਤੀਆਂ, ਕੋਈ ਇਹਦੇ ਅਲਟਰਨੇਟ ਤੁਸੀਂ ਕੀਤਾ? ਕਿਉਂਕਿ ਲੋਕ ਖੱਜਲ ਖੁਆਰ ਵੀ ਹੋਣਗੇ, ਪਰ ਸਰਕਾਰ ਦੇ ਕੋਲ ਇੰਨਾ ਪੈਸਾ ਹੈ, ਖਜ਼ਾਨਾ ਤਾਂ ਪਹਿਲਾਂ ਹੀ ਕਿਹਾ ਜਾਂਦਾ ਕਿ ਖਜ਼ਾਨੇ 'ਚ ਰੁਪਏ ਨਹੀਂ। ਤੁਹਾਨੂੰ ਲੱਗਦਾ ਕਿ 73 ਬੱਸਾਂ ਜਿਹੜੀਆਂ ਬੰਦ ਕੀਤੀਆਂ ਉਹਦਾ ਕੋਈ ਅਲਟਰਨੇਟ ਤੁਸੀਂ ਜਲਦੀ ਕੱਢੋਗੇ, ਕਿਉਂਕਿ ਇਮੀਡੀਏਟਲੀ ਤੁਸੀਂ ਬੰਦ ਕੀਤੀਆਂ ਇਹ? ਦੇਖੋ, ਪੰਜਾਬ ਦਾ ਖਜ਼ਾਨਾ ਜਿਹੜਾ ਉਹ ਭਰਿਆ, ਕੋਈ ਕਮੀ ਨਹੀਂ ਗੀ। ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿੱਥੇ ਜ਼ਰੂਰਤ ਹੁੰਦੀ ਆ ਉੱਥੇ ਗ੍ਰਾਂਟਾਂ ਦੀ ਥੋੜ ਨਹੀਂ ਹੋਣ ਦਿੰਦੇ। ਜਿੱਥੇ ਵੀ ਜ਼ਰੂਰਤ ਹੁੰਦੀ ਆ ਉੱਥੇ ਗ੍ਰਾਂਟਾਂ ਦੀ ਝੜੀ ਲਾ ਦਿੱਤੀ ਜਾਂਦੀ ਆ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ। ਤੇ ਜੇ ਆਪਾਂ ਗੱਲ ਕਰੀਏ ਏਸੀ ਬੱਸਾਂ ਦੀ ਚੰਡੀਗੜ੍ਹ ਲਈ, ਸਾਡੀਆਂ ਪੰਜਾਬ ਗੌਰਮੈਂਟ ਦੀਆਂ ਚੰਡੀਗੜ੍ਹ 'ਚ ਏਸੀ ਬੱਸਾਂ ਅੱਗੇ ਵੀ ਆ ਰਹੀਆਂ ਤੇ 40 ਬੱਸਾਂ ਅਸੀਂ ਕੁਝ ਹੀ ਦਿਨਾਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਚੰਡੀਗੜ੍ਹ ਲਈ ਚਲਾਵਾਂਗੇ ਵੀ। ਅਸੀਂ ਪੰਜਾਬ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਖੱਜਲ ਖਵਾਰੀ ਦਾ ਸਾਹਮਣਾ ਨਹੀਂ ਕਰਨ ਦੇਵਾਂਗੇ। ਪੰਜਾਬ ਦੇ ਲੋਕਾਂ ਦੀ ਸਰਕਾਰ ਆ, ਲੋਕਾਂ ਲਈ ਦਿਨ ਰਾਤ ਕੰਮ ਕਰ ਰਹੇ ਆ। ਵੇਖੋ, ਪਹਿਲੇ ਮੁੱਖ ਮੰਤਰੀ ਨੇ ਜਿਹੜੇ ਦਿਨ ਰਾਤ ਲੋਕਾਂ ਦੇ ਵਿੱਚ ਰਹਿੰਦੇ, ਨਹੀਂ ਤਾਂ ਪਹਿਲੇ ਮੁੱਖ ਮੰਤਰੀ 2-2 3-3 ਮਹੀਨੇ ਲੋਕਾਂ ਦੇ ਮੱਥੇ ਨਹੀਂ ਸਨ ਲੱਗਦੇ। ਇੱਕ ਮੁੱਖ ਮੰਤਰੀ ਜਿਹੜਾ ਸ਼ਿਮਲੇ ਬੈਠਾ ਰਹਿੰਦਾ ਸੀ, ਉੱਥੇ ਹੀ ਫਾਈਲਾਂ ਮੰਗਵਾ ਲੈਣੀਆਂ, ਉੱਥੇ ਹੀ ਅਫਸਰ ਚੱਲ ਜਾਣੇ। ਤੇ ਵੇਖੋ, ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਵੇਰ ਤੋਂ ਤੜਕੇ ਤੋਂ ਜਿਉਂ ਉੱਠਦੇ ਨੇ, ਰਾਤ ਹਨੇਰੇ ਤੱਕ ਲੋਕਾਂ ਦੇ ਵਿੱਚ ਰਹਿੰਦੇ, ਲੋਕਾਂ ਦੇ ਕੰਮ ਕਰਦੇ ਆ ਦੇਰ ਰਾਤ। ਭੁੱਲਰ ਸਾਹਿਬ, ਸਟ੍ਰਾਈਕ ਦੀ ਗੱਲ ਆਉਂਦੀ ਹੈ, ਜਦੋਂ ਹੜਤਾਲਾਂ ਹੁੰਦੀਆਂ ਤਾਂ ਪ੍ਰਾਈਵੇਟ ਬੱਸਾਂ ਦੀ ਹੜਤਾਲ ਕਦੇ ਨਹੀਂ ਸੁਣੀ ਆਪਾਂ, ਸਰਕਾਰੀ ਬੱਸਾਂ ਦੀ ਹੜਤਾਲ ਹਮੇਸ਼ਾ ਹੁੰਦੀ ਹੈ। ਜੋ ਤੁਸੀਂ ਸਰਕਾਰੀ ਬੱਸਾਂ ਇਹਨਾਂ ਚਲਾਤੀਆਂ ਤਾਂ ਫਿਰ ਸਟ੍ਰਾਈਕ ਦਾ ਕੀ ਹੋਊਗਾ? ਕਿਉਂਕਿ ਹੜਤਾਲਾਂ ਨਾਲ ਤਾਂ ਆਮ ਲੋਕ ਤਾਂ ਬਹੁਤ ਪਰੇਸ਼ਾਨ ਹੁੰਦੇ ਆ, ਪਰ ਪ੍ਰਾਈਵੇਟ ਹੜਤਾਲਾਂ ਕਦੇ ਆਪਾਂ ਸੁਣੇ ਨਹੀਂ ਕਿ ਪ੍ਰਾਈਵੇਟ ਜਿਹੜੇ ਬੱਸਾਂ ਚੱਲਦੀਆਂ ਉਹਨੇ ਹੜਤਾਲਾਂ ਹੋਣ। ਵੇਖੋ, ਜਿਹੜੇ ਸਾਡੇ ਟਰਾਂਸਪੋਰਟ ਵਿਭਾਗ ਦੇ ਵਿੱਚ ਕਰਮਚਾਰੀ ਆ, ਕੰਡਕਟਰ ਆ, ਡਰਾਈਵਰ ਆ, ਸਾਡੇ ਪਰਿਵਾਰਾਂ ਦੀ ਤਰ੍ਹਾਂ ਨੇ, ਸਾਡੇ ਭਰਾ ਨੇ। ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਵੇਖੋ, ਤੁਸੀਂ ਸਵਾਲ ਕੀਤਾ ਵੀ ਤੁਹਾਡੇ ਸਰਕਾਰੀ ਵਾਲੇ ਹੜਤਾਲਾਂ ਕਰਦੇ ਆ, ਪ੍ਰਾਈਵੇਟ ਵਾਲੇ ਨਹੀਂ ਕਰਦੇ। ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਜੇ ਕੋਈ ਜਾਇਜ਼ ਗੱਲ ਹੈ ਉਹ ਆਪਾਂ ਟੇਬਲ ਟਾਕ ਕਰਕੇ ਵੀ ਹੱਲ ਕਰ ਸਕਦੇ ਆ। ਹੜਤਾਲਾਂ ਧਰਨੇ ਲਾਉਣਾ ਕੋਈ ਇਹ ਚੀਜ਼ ਦਾ ਹੱਲ ਨਹੀਂ ਹੁੰਦਾ। ਜੇ ਕੋਈ ਜਾਇਜ਼ ਗੱਲ ਆ ਉਹਨੂੰ ਆਪਾਂ ਟੇਬਲ ਤੇ ਬਹਿ ਕੇ ਵੀ ਹੱਲ ਕਰ ਸਕਦੇ ਆ। ਇਹ ਨਹੀਂ ਕਿ ਆਪਾਂ ਨਜਾਇਜ਼ ਮੰਗਾਂ ਰੱਖ ਕੇ ਆਪਾਂ ਲੋਕਾਂ ਨੂੰ ਖੱਜਲ ਖਰਾਬ ਕਰੀਏ। ਕੋਈ ਹੱਲ ਨਹੀਂ ਕਿਸੇ ਵੀ ਕੰਮ ਦਾ। ਪਰ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਕਹਿੰਦੇ ਬਾਦਲ ਪਰਿਵਾਰ ਕਹਿੰਦੇ ਇੱਕ ਵੱਡਾ ਨਾਮ ਹੈ, ਉਹਦੇ ਕਰਕੇ ਉਹਨਾਂ ਨੂੰ ਹਰੇਕ ਵਾਰ ਟਾਰਗੇਟ ਕੀਤਾ ਜਾਂਦਾ। ਵੇਖੋ, ਬਿਲਕੁਲ ਨਹੀਂ, ਨਾ ਤੇ ਬਾਦਲ ਪਰਿਵਾਰ ਨੂੰ ਨਾ ਕਿਸੇ ਹੋਰ ਨੂੰ, ਕਿਸੇ ਨੂੰ ਟਾਰਗੇਟ ਨਹੀਂ ਕੀਤਾ ਜਾਵੇਗਾ। ਜੇ ਕਿਸੇ ਨੇ ਗਲਤ ਕੀਤਾ ਉਹਦੇ ਤੇ ਹੀ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ। ਇਹ ਨਹੀਂ, ਜੇ ਵੇਖੋ ਟਾਰਗੇਟ ਕਰਨਾ ਸੀ, 8 ਮਹੀਨੇ ਸਰਕਾਰ ਲੰਘੀ, ਅਸੀਂ ਪਹਿਲਾਂ ਕਿਉਂ ਨਹੀਂ ਟਾਰਗੇਟ ਕੀਤਾ? ਜੋ ਇਹਨਾਂ ਨੇ ਗਲਤ ਕੀਤਾ, ਗਲਤ ਢੰਗ ਨਾਲ ਪਰਮਿਟ ਇਹਨਾਂ ਆਪਦੀ ਕੰਪਨੀ ਨੂੰ ਦਿੱਤੇ ਆ, ਤੇ ਉਹ ਤੇ ਵੇਖੋ ਜਿਹੜਾ ਪੰਜਾਬ ਦੇ ਲੋਕਾਂ ਦਾ ਖਜ਼ਾਨਾ, ਪੰਜਾਬ ਦੇ ਲੋਕਾਂ ਦਾ ਜਿਹੜਾ ਇਹ ਟਰਾਂਸਪੋਰਟ ਵਿਭਾਗ ਆ ਉਹਨੂੰ ਕਿੰਨਾ ਵੱਡਾ ਇਹਨਾਂ ਅਰਬਾਂ ਰੁਪਈਆ ਚੂਨਾ ਲਾਇਆ। 1997 ਤੋਂ ਲੈ ਕੇ 2022 ਤੱਕ 25 ਸਾਲ ਨਜਾਇਜ਼ ਢੰਗ ਦੇ ਪਰਮਿਟਾਂ ਤੇ ਇਹ ਬੱਸਾਂ ਚਲਾ ਗਏ ਆ ਤੇ ਇਹਨਾਂ ਦੇ ਪੰਜਾਬ ਨੂੰ ਲੰਮਾ ਸਮਾਂ ਲੁੱਟਿਆ ਤੇ ਕੁੱਟਿਆ। ਤੇ ਜੇ ਆਪਾਂ ਗੱਲ ਕਰੀਏ, ਲੋਕੀ ਆ ਟਰਾਂਸਪੋਰਟਰ ਤੇ ਕਹਿੰਦੇ ਸਾਨੂੰ ਘਾਟਾ ਪੈ ਗਿਆ, ਟਰਾਂਸਪੋਰਟਰ ਤੇ ਕਹਿੰਦੇ ਆ ਵੀ ਸਾਡੀਆਂ ਬੱਸਾਂ ਜਿਹੜੀਆਂ ਉਹ ਖਤਮ ਹੋਣ ਦੇ ਕਿਨਾਰੇ ਆ ਗਈਆਂ। ਅਸੀਂ 50 ਬੱਸਾਂ ਪਾਈਆਂ ਤੇ ਸਾਡੀਆਂ 5 ਰਹਿ ਗਈਆਂ, ਅਸੀਂ 10 ਪਾਈਆਂ ਸਾਡੀ 1 ਰਹਿ ਗਈ। ਤੇ ਇਹਨਾਂ ਨੇ 1-2 ਬੱਸਾਂ ਪਾਈਆਂ ਤੇ ਅੱਜ ਇਹਨਾਂ ਦੀਆਂ ਸੈਂਕੜੇ ਬੱਸਾਂ। ਇਹਨਾਂ ਕੋਲ ਬੱਸਾਂ ਕਿੱਥੋਂ ਆ ਗਈਆਂ? ਇਹ ਪੰਜਾਬ ਦੇ ਲੋਕਾਂ ਨੂੰ ਲੁੱਟਿਆ, ਉਹਦਾ ਹੀ ਪੈਸਾ, ਤੇ ਉਸ ਪੈਸੇ ਨੂੰ 1 ਨੰਬਰ 'ਚ ਕਰ ਲਈ। ਬੱਸਾਂ ਭਾਵੇਂ ਖਾਲੀ ਤੁਰੀਆਂ ਫਿਰਨੇ, ਟਿਕਟਾਂ ਕੱਟ ਕੇ ਉਸ ਪੈਸੇ ਨੂੰ 1 ਨੰਬਰ 'ਚ ਕਰ ਲਈ। ਇਹਨਾਂ ਬੱਸਾਂ ਪਾਈਆਂ। ਇਹ ਕੋਈ ਬੱਸਾਂ ਇਹ ਨਹੀਂ ਕਿ ਇਹਨਾਂ ਨੂੰ ਬੜਾ ਮੁਨਾਫਾ ਆ ਰਿਹਾ ਇਹਨਾਂ ਬੱਸਾਂ ਤੋਂ। ਇਹ ਉਹਨਾਂ ਬੱਸਾਂ ਦੀਆਂ ਟਿਕਟਾਂ ਕੱਟ ਕੇ ਜਿਹੜਾ 2 ਨੰਬਰ ਦਾ ਪੈਸਾ ਉਹ 1 ਨੰਬਰ 'ਚ ਕਰ ਲਈ ਇਹਨਾਂ ਨੇ ਬੱਸਾਂ ਪਾਈਆਂ। ਆਖਰੀ ਸਵਾਲ ਹੈ ਭੁੱਲਰ ਸਾਹਿਬ, ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਲਗਾਤਾਰ ਤਲਖੀ ਵੱਧਦੀ ਜਾ ਰਹੀ ਹੈ ਸਰਕਾਰ ਦੀ ਪਿਛਲੇ ਅਨੇਕਾਂ ਮਾਮਲਿਆਂ ਵਿੱਚ। ਹਾਈ ਕੋਰਟ ਵੀ ਕਈ ਮਾਮਲਿਆਂ ਤੇ ਤੁਹਾਨੂੰ ਪਤਾ ਜਿਹੜੇ ਫੈਸਲੇ ਲਏ ਗਿਆ, ਪੰਜਾਬ ਸਰਕਾਰ ਵੱਲੋਂ ਸਟੇ ਲਾਈ ਹੋਈ ਹੈਗੀ, ਤਾਂ ਤੁਹਾਨੂੰ ਲੱਗਦਾ ਹੈ ਅਜਿਹੇ ਦੇ ਵਿੱਚ ਜਿਹੜਾ ਹੁਣ ਫੈਸਲਾ ਲਿਆ ਚੰਡੀਗੜ੍ਹ ਪ੍ਰਸ਼ਾਸਨ ਤੁਹਾਡੀ ਗੱਲ ਮੰਨੇਗਾ ਇਸ ਨੂੰ? ਵੇਖੋ, ਸੱਚ ਦੇ ਨਾਲ ਪ੍ਰਮਾਤਮਾ ਵੀ ਖੜ ਜਾਂਦਾ। ਜਿੱਥੇ ਸੱਚਾਈ ਹੋਵੇ ਉੱਥੇ ਅਕਾਲ ਪੁਰਖ ਵਾਹਿਗੁਰੂ ਵੀ ਸਾਥ ਦਿੰਦਾ। ਤੇ ਜਿਵੇਂ ਕੇਂਦਰ 'ਚ ਵੀ ਬੀਜੇਪੀ ਦੀ ਸਰਕਾਰ, ਜੇ ਕੇਂਦਰ ਸਰਕਾਰ ਨੇ ਸਾਨੂੰ ਲਿਖ ਕੇ ਭੇਜਿਆ ਵੀ ਇਹ ਗਲਤ ਢੰਗ ਨਾਲ ਪਰਮਿਟ ਦਿੱਤੇ ਗਏ ਆ, ਤੇ ਇਸੇ ਤਰ੍ਹਾਂ ਹੀ ਚੰਡੀਗੜ੍ਹ ਪ੍ਰਸ਼ਾਸਨ ਵੀ ਇੱਥੇ ਕਾਨੂੰਨੀ ਕਾਰਵਾਈ ਕਰੇਗਾ। ਇਹ ਨਹੀਂ ਕਿ ਗਲਤ ਢੰਗ ਨਾਲ ਜਿਹੜੇ ਕੋਈ ਪਰਮਿਟ ਇਹਨਾਂ ਦੇ ਚੱਲ ਰਹੇ ਉਹਨਾਂ ਨੂੰ ਰੱਦ ਨਹੀਂ ਕਰਨਗੇ। ਬਾਦਲ ਪਰਿਵਾਰ ਨੇ ਬੜਾ ਲੰਮਾ ਸਮਾਂ ਘਾਣ ਕੀਤਾ ਪੰਜਾਬ ਦਾ, ਇਹਨਾਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਵੀ ਰਾਹਤ ਨਹੀਂ ਦੇਵੇਗਾ। ਇੰਨੀਆਂ ਯੂਨਿਟਾਂ ਪਈਆਂ ਰੋਡਵੇਜ਼ ਦੀਆਂ ਜਿਹੜੀਆਂ ਨਾਲ ਹੁਣ ਇਮੀਡੀਏਟਲੀ ਚੱਲ ਸਕਣ, ਇੰਨੀ ਫਲੀਟ ਹੈਗੀ ਪੰਜਾਬ ਸਰਕਾਰ ਕੋਲ? ਦੇਖੋ, ਮੈਂ ਪਹਿਲਾਂ ਹੀ ਕਿਹਾ ਵੀ ਸਾਡੀਆਂ ਜਿਹੜੀਆਂ ਪੰਜਾਬ ਗੌਰਮੈਂਟ ਦੀਆਂ ਵੱਖ-ਵੱਖ ਜ਼ਿਲ੍ਹਿਆਂ 'ਚੋਂ ਚੱਲ ਰਹੀਆਂ ਚੰਡੀਗੜ੍ਹ ਲਈ ਬੱਸਾਂ, ਤੇ 40 ਬੱਸਾਂ ਦਾ ਅਸੀਂ ਕੁਝ ਦਿਨਾਂ 'ਚ ਹੀ ਹੋਰ ਨਵੀਆਂ ਏਸੀ ਬੱਸਾਂ ਚਲਾਉਣ ਜਾ ਰਹੇ ਹਾਂ। ਤੇ ਜੇ ਹੋਰ ਵੀ ਜ਼ਰੂਰਤ ਹੋਵੇਗੀ ਤੇ ਅਸੀਂ ਬੱਸਾਂ ਚਲਾਵਾਂਗੇ। ਪੰਜਾਬ ਦੇ ਲੋਕਾਂ ਨੂੰ ਨਹੀਂ ਖੱਜਲ ਹੋਣ ਦਿੱਤਾ ਜਾਵੇ। ਬਹੁਤ ਧੰਨਵਾਦ ਭੁੱਲਰ ਸਾਹਿਬ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਤਾਂ ਇਸ ਸਨ ਸਾਡੇ ਨਾਲ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਜਿਨ੍ਹਾਂ ਕਹਿਣਾ ਕਿ ਲੋਕਾਂ ਨੂੰ ਖੱਜਲ ਖੁਆਰ ਨਹੀਂ ਹੋਣ ਦਿੱਤਾ ਜਾਵੇਗਾ ਤੇ ਹੋਰ ਨਵੀਆਂ ਪ੍ਰਾਈਵੇਟ ਬੱਸਾਂ ਜਿਹੜੀਆਂ ਉਹ ਪਾਈਆਂ ਜਾਣਗੀਆਂ। ਕੈਮਰਾਮੈਨ ਵਤਨ ਦੇ ਨਾਲ ਮਨਦੀਪ ਜੋਤ, ਪ੍ਰੋ ਪੰਜਾਬ ਟੀਵੀ।